ਦੋਸਤੋ, ਪੰਜਾਬ ਟ੍ਰਿਬਿਊਨ ਟੀਵੀ 'ਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 3 ਮੈਂਬਰੀਆ ਪੈਨਲ ਨੇ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਸੌਂਪ ਦਿੱਤੀ ਹੈ ਔਰ ਉਹਦੇ ਵਿੱਚ ਕੁਝ ਜਿਹੜੀ ਰਿਕਮੈਂਡੇਸ਼ਨਸ ਕੀਤੀਆਂ ਉਹਦਾ ਵੀ ਜ਼ਿਕਰ ਅੱਜ ਅਖਬਾਰਾਂ 'ਚ ਛਪਿਆ ਹੈ, ਜਿਹਦੇ ਵਿੱਚ ਖਾਸ ਗੱਲ ਹੈ ਵੀ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਹੁਣ ਆਉਣ ਵਾਲੀ 2022 ਦੀ ਚੋਣਾਂ ਦੇ ਵਿੱਚ ਐਸ ਪਰ ਦੀ ਰਿਕਮੈਂਡੇਸ਼ਨ ਉਹ ਕੰਟੀਨਿਊ ਕਰਨੇ ਚਾਹੀਦੇ ਹੈ। ਦੂਜੇ ਪਾਸੇ ਉਸ 3 ਮੈਂਬਰੀ ਪੈਨਲ ਨੇ ਇਹ ਵੀ ਰਿਕਮੈਂਡ ਕੀਤਾ ਹੈ ਕਿ ਸਿੱਧੂ ਉਹਨਾਂ ਨੂੰ ਵੀ ਸਹੀ ਤਰੀਕੇ ਨਾਲ ਐਕੋਮੋਡੇਟ ਕਰਨਾ ਚਾਹੀਦਾ, ਸੁਟੇਬਲੀ ਐਕੋਮੋਡੇਟ ਕਰਨਾ ਚਾਹੀਦਾ ਹੈ, ਪੀਸੀਸੀ ਰਿਵੈਂਪ ਹੋਣੀ ਚਾਹੀਦੀ ਹੈ। ਔਰ ਦੂਜੇ ਪਾਸੇ ਪ੍ਰਗਟ ਸਿੰਘ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਨੂੰ ਵੀ ਜਿਹੜਾ 3 ਮੈਂਬਰੀ ਪੈਨਲ ਹੈਗਾ ਹੈ ਜਾਂ ਹਰੀਸ਼ ਰਾਵਤ ਉਹਨਾਂ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੇ ਉਹਦਾ ਕੜਾ ਨੋਟਿਸ ਲਿੱਤਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਾਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਸਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਮਨਪ੍ਰੀਤ ਰੰਧਾਵਾ ਜੀ, ਸੀਨੀਅਰ ਪੱਤਰਕਾਰ ਜਿਹੜੇ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਵੀ ਰਹੇ ਨੇ ਔਰ ਉਹਨਾਂ ਨਾਲ ਆਓ ਗੱਲਬਾਤ ਕਰਦੇ ਆ ਇਹਨਾਂ ਮੁੱਦਿਆਂ ਦੇ ਉੱਤੇ। ਮਨਪ੍ਰੀਤ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਰਾਜੀਵ ਜੀ। ਮਨਪ੍ਰੀਤ ਜੀ, ਆ ਜਿਹੜਾ 3 ਮੈਂਬਰੀ ਕਮੇਟੀ ਰਿਪੋਰਟ ਹੈਗੀ ਹੈ, ਇਸ ਸਬਮਿਟ ਕਰਨ ਤੋਂ ਬਾਅਦ ਜਿਹੜਾ ਕਾਂਗਰਸ ਦੇ ਵਿੱਚ ਘਮਾਸਾਨ ਮਚਿਆ ਹੋਇਆ ਹੈ, ਇਹਦਾ ਹੱਲ ਨਿਕਲ ਪਾਏਗਾ? ਰਾਜੀਵ ਜੀ, ਜੇ ਤੁਸੀਂ ਮੈਨੂੰ ਸਿਰਫ ਇੱਕ ਸ਼ਬਦ ਦੇ ਵਿੱਚ ਪੁੱਛੋ ਤਾਂ ਮੈਂ ਕਹੂੰਗਾ ਨਹੀਂ, ਲੱਗ ਨਹੀਂ ਰਿਹਾ। ਐਕਸਾਈਜ਼ ਜਿਹੜੀ ਹੋਈ ਸੀ ਸ਼ੁਰੂ, ਇਹ ਸਾਰੀ ਜਦੋਂ ਕਵਾਇਦ ਸ਼ੁਰੂ ਕੀਤੀ ਗਈ ਸੀ, ਉਹਦਾ ਮਕਸਦ ਜ਼ਰੂਰ ਇਹ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਜੋ ਆਪਸ ਦੇ ਵਿੱਚ ਟਕਰਾਅ ਹੋ ਰਿਹਾ, ਐਮਐਲਏਜ਼ ਦਾ, ਮੰਤਰੀਆਂ ਦਾ, ਮੁੱਖ ਮੰਤਰੀਆਂ ਦਾ, ਉਹਨਾਂ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਸ਼ਾਂਤ ਕੀਤਾ ਜਾਵੇ। ਤੁਸੀਂ ਦੇਖੋ, ਇਹ ਇਸ ਤੋਂ ਪਹਿਲਾਂ ਕਿ ਜਦੋਂ ਇਹ ਕਮੇਟੀ ਬਣਾਈ ਗਈ ਆ, 3 ਮੈਂਬਰੀ ਕਮੇਟੀ ਜਿਹੜੀ ਮੱਲਿਕਾਰਜੁਨ ਖੜਗੇ ਦੀ ਅਗਵਾਈ ਦੇ ਵਿੱਚ ਬਣਾਈ ਗਈ ਹੈ, ਜੇਪੀ ਅਗਰਵਾਲ ਸੀ ਤੇ ਹਰੀਸ਼ ਰਾਵਤ। ਉਸ ਤੋਂ ਪਹਿਲਾਂ ਹਰੀਸ਼ ਰਾਵਤ ਉਹਨਾਂ ਨੇ ਬਹੁਤ ਵਾਰੀ ਜਿਹੜੀ ਕੋਸ਼ਿਸ਼ ਕੀਤੀ ਆ, ਹਾਲਾਂਕਿ ਉਹ ਮੁਲਾਕਾਤਾਂ ਸਿਰਫ 2 ਹੀ ਹੋਈਆਂ, ਲੇਕਿਨ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਸੁਲਹ ਸਫਾਈ ਕਰਾਈ ਜਾਵੇ। ਸੀਸਵਾ ਜਿਹੜਾ ਉਹਨਾਂ ਦਾ ਫਾਰਮ ਆ, ਉੱਥੇ ਤੁਹਾਨੂੰ ਪਤਾ ਕਦੇ ਕਾਫੀ ਮੀਟਿੰਗ ਹੁੰਦੀ ਸੀ, ਕਦੇ ਲੰਚਿੰਗ ਮੀਟਿੰਗ ਹੁੰਦੀ ਸੀ ਤੇ ਬੜੇ ਕਿਆਸੇ ਲਾਏ ਜਾਂਦੇ ਸੀ ਕਿ ਇਸ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਕੈਬਨਿਟ ਦੇ ਵਿੱਚ ਲੈ ਲੈਣਾ ਜਾਂ ਉਹਨਾਂ ਨੂੰ ਕੋਈ ਵਧੀਆ ਜਿਹੜਾ ਬਣਦਾ ਉਹਨਾਂ ਦਾ ਰੁਤਬਾ ਉਹ ਦਿੱਤਾ ਜਾਏਗਾ, ਲੇਕਿਨ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ। ਹੁਣ ਜਿਹੜਾ ਤੁਹਾਡਾ ਮੂਲ ਸਵਾਲ ਇਹ ਆ ਕਿ ਕੀ ਇਸ ਮੀਟਿੰਗ ਦਾ ਕੋਈ ਨਤੀਜਾ ਨਿਕਲੂਗਾ? ਲੱਗਦਾ ਇਸ ਕਰਕੇ ਨਹੀਂ ਹੈ ਰਜੀਵ ਭਾਸਕਰ ਜੀ, ਕਿ ਕਾਰਨ ਇਹ ਆ ਕਿ ਸਾਰਾ ਕੁਝ ਇੱਕ ਤਾਂ ਕਹਿਤਾ, ਕਮੇਟੀ ਨੇ ਰਿਕਮੈਂਡ ਕਰਤਾ, ਆਪਣੀ ਸਿਫਾਰਿਸ਼ ਦੇ ਵਿੱਚ ਰਿਕਮੈਂਡ ਕਰਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦਾ ਬਣਦੇ ਜਿਹੜੀ ਜਗ੍ਹਾ ਜਾਂ ਉਹਨਾਂ ਦਾ ਰੁਤਬਾ ਦਿੱਤਾ ਜਾਵੇ, ਲੇਕਿਨ ਕੀ ਕੈਪਟਨ ਅਮਰਿੰਦਰ ਸਿੰਘ ਇਮੀਡੀਏਟਲੀ ਦੇ ਦੇਣਗੇ? ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ, ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਇਲੈਕਸ਼ਨ ਦੇ ਵਿੱਚ ਵੀ ਹੈ, ਨਰਿੰਦਰ ਮੋਦੀ ਇੱਕ ਬਹੁਤ ਪਾਵਰਫੁਲ ਲੀਡਰ ਆ ਤੇ ਯੋਗੀ ਆਦਿੱਤਿਆਨਾਥ ਉੱਥੋਂ ਦੇ ਮੁੱਖ ਮੰਤਰੀ ਆ। ਨਰਿੰਦਰ ਮੋਦੀ ਹੁਣਾਂ ਦੇ ਬੜੇ ਖਾਸ ਵਿਅਕਤੀ ਨੂੰ ਯੂਪੀ ਦੇ ਵਿੱਚ ਭੇਜਿਆ ਗਿਆ ਜਦੋਂ ਕੋਵਿਡ-19 ਦੇ ਪ੍ਰਬੰਧਾਂ ਨੂੰ ਲੈ ਕੇ ਯੂਪੀ ਸਰਕਾਰ ਜਿਹੜੀ ਆ ਉਹ ਬਹੁਤ ਸਵਾਲਾਂ 'ਚ ਘਿਰ ਗਈ। ਉਹਦਾ ਨਾਮ ਸੀ ਅਰਵਿੰਦ ਕੁਮਾਰ ਸ਼ਰਮਾ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚ ਲੈ ਲਓ ਤੇ ਤਾਂ ਕਿ ਪ੍ਰਬੰਧ ਜਿਹੜੇ ਸੁਧਾਰੇ ਜਾ ਸਕਣ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਰਜੀਵ ਭਾਸਕਰ ਜੀ ਕਿ ਉਹਨਾਂ ਨੂੰ 7-8 ਮਹੀਨੇ ਹੋ ਗਏ ਯੂਪੀ ਗਿਆਂ ਨੂੰ ਤੇ ਹਜੇ ਤੱਕ ਨਾ ਉਹਨਾਂ ਨੂੰ ਇੰਡਕਟ ਕੀਤਾ, ਨਾ ਉਹਨਾਂ ਨੂੰ ਕੋਈ ਪੋਜੀਸ਼ਨ ਦਿੱਤੀ ਹੈ। ਕਮਿੰਗ ਬੈਕ ਟੂ ਪੰਜਾਬ, ਮੈਂ ਇਸੇ ਸੰਦਰਭ 'ਚ ਕਹਿੰਦਾ ਕਿ ਜਦੋਂ ਕੋਈ ਲੀਡਰ ਬਹੁਤ ਹਾਈ ਹੈਡਡ ਹੋ ਜੇ ਜਾਂ ਆਪਣੇ ਆਪ ਨੂੰ ਪਾਰਟੀ ਤੋਂ ਉੱਤੇ ਸਮਝਣ ਲੱਗ ਜੇ ਤਾਂ ਉਹ ਫਿਰ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਆਨਾਕਾਨੀ ਕਰਦਾ। ਇਹ ਕਹਿ ਤਾਂ ਦਿੱਤਾ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਬਣਦੀ ਜਗ੍ਹਾ ਦਿਓ, ਉਹਨਾਂ ਦਾ ਰੁਤਬਾ ਦਿਓ ਜਾਂ ਉਹਨਾਂ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇ ਜਦੋਂ ਤੋਂ ਉਹਨਾਂ ਨੇ ਲੋਕਲ ਗਵਰਨਮੈਂਟ ਮਿਨਿਸਟਰ ਤੋਂ ਅਸਤੀਫਾ ਦਿੱਤਾ। ਨਹੀਂ ਮਨਪ੍ਰੀਤ, ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਜਿਹੜਾ ਰਿਕਮੈਂਡੇਸ਼ਨ ਹੈਗੀ ਹੈ ਕਿ ਪਾਰਟੀ ਹਾਈ ਕਮਾਨ ਇਸ ਬਾਰੇ 'ਚ ਫੈਸਲਾ ਲਏਗੀ ਕਿ ਸਿੱਧੂ ਉਹਨਾਂ ਨੂੰ ਸੁਟੇਬਲੀ ਕਿੱਦਾਂ ਐਕੋਮੋਡੇਟ ਕਰਨਾ ਹੈ। ਹਾਲਾਂਕਿ ਉਸ ਪੈਨਲ ਦੀ ਜਿਹੜੀ ਰਿਕਮੈਂਡੇਸ਼ਨ ਹੈਗੀ ਹੈ ਉਹਦੇ ਵਿੱਚ ਵੀ, ਰਿਪੋਰਟ ਦੇ ਵਿੱਚ ਵੀ ਸਾਫ਼ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਸਿੱਧੂ ਉਹਨਾਂ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਜਾਏ। ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਸਿੱਧੂ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਜਾਏ। ਪਹਿਲੇ ਤਾਂ ਇਹ ਦੱਸੋ ਕਿ ਕੈਪਟਨ ਸਾਹਿਬ ਦਾ ਤੇ ਸਿੱਧੂ ਸਾਹਿਬ ਦਾ ਰੌਲਾ ਹੈ ਕੀ? ਕਿਉਂਕਿ ਐਦਾਂ ਤੇ ਹੈ ਨਹੀਂ ਕਿ ਵੀ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੋਨੋਂ ਪਟਿਆਲੇ ਦੇ ਰਹਿਣ ਵਾਲੇ ਨੇ ਔਰ ਇੱਥੇ ਤੱਕ ਕਿ ਕੈਪਟਨ ਸਾਹਿਬ ਕਈ ਵਾਰ ਕਹਿ ਚੁੱਕੇ ਨੇ ਕਿ ਸਿੱਧੂ ਉਹਨਾਂ ਦੇ ਜਿਹੜੇ ਫਾਦਰ ਸੀਗੇ ਭਗਵੰਤ ਸਿੰਘ ਜੀ, ਉਹਨਾਂ ਦੇ ਨਾਲ ਬੜੇ ਅੱਛੇ ਉਹਨਾਂ ਦੇ ਰਿਸ਼ਤੇ ਸੀਗੇ, ਪੁਰਾਣੇ ਕਾਂਗਰਸੀ ਸੀਗੇ ਤੇ ਬੜੇ ਹੀ ਸੁਖਾਵਨੇ ਰਿਸ਼ਤਿਆਂ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਸਿੱਧੂ ਤੇ ਮੇਰੇ ਪੁੱਤਰ ਵਰਗਾ ਹੈਗਾ। ਪਰ ਉਹ ਪੁੱਤਰ ਪਿਓ ਦੇ ਵਿੱਚ ਹੁਣ ਲੜਾਈ ਕਿਸ ਗੱਲ ਦੀ ਹੈ? ਲੜਾਈ ਤੇ ਜਿਹੜੀ ਸ਼ੁਰੂ ਹੋਈ ਸੀ ਉਹ ਤੁਹਾਨੂੰ ਪਤਾ 2019 ਦੇ ਵਿੱਚ ਜਦੋਂ ਉਹਨੇ ਕਿਹਾ ਸੀ ਮਿਲੀ ਭੁਗਤ ਦੀ ਰਾਜਨੀਤੀ ਜਿਹੜੇ ਕਰਨਗੇ ਜਾਂ ਕਰਦੇ ਨੇ ਉਹਨਾਂ ਨੂੰ ਠੋਕ ਦਿਓ। ਹੁਣ ਤੁਸੀਂ ਮਨਪ੍ਰੀਤ ਜੀ ਇਸ ਗੱਲ ਦੇ ਉੱਤੇ ਚਾਨਣਾ ਪਾਓ ਕਿ ਇਹ ਫੈਸਲਾ ਹੋ ਕਿਉਂ ਨਹੀਂ ਪਾ ਰਿਹਾ? ਕਿਉਂ ਕੈਪਟਨ ਨਹੀਂ ਚਾਹੁੰਦੇ ਕਿ ਸਿੱਧੂ ਦਾ ਐਲੀਵੇਸ਼ਨ?
ਦੇਖੋ ਬੜੀਆਂ ਦੋ ਆਬਵੀਅਸ ਗੱਲਾਂ। ਪਹਿਲਾਂ ਤਾਂ ਮੈਂ ਜਿਹੜੀ ਪਿਛਲੀ ਗੱਲ ਆ ਉਹਨੂੰ ਸਪਸ਼ਟ ਕਰਦਾ। ਮੈਂ ਜਿਹੜੀ ਗੱਲ ਇਹ ਕਹਿ ਰਿਹਾ ਸੀ ਕਿ ਜਿਹੜੇ ਉਹ ਕਮੇਟੀ ਨੇ ਫੈਸਲਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਉਹ ਚ ਰੋਲ ਨਿਭਾਉਣ, ਇੱਕ ਤਰ੍ਹਾਂ ਦੀ ਡਾਇਰੈਕਸ਼ਨ ਆਉਂਦੀ ਆ। ਇਹ ਨਹੀਂ ਹੈ ਕਿ ਉਹ ਉੱਤੋਂ ਥਾਪ ਦੇਣਗੇ। ਜੇ ਹਾਈ ਕਮਾਂਡ ਨੇ ਜਾਂ ਸੀਨੀਅਰ ਪਾਰਟੀ ਲੀਡਰਸ਼ਿਪ ਨੇ ਨਵਜੋਤ ਸਿੰਘ ਸਿੱਧੂ ਨੂੰ ਕੁਝ ਬਣਾਉਣਾ ਹੁੰਦਾ ਤਾਂ ਫਿਰ ਇੰਨੀ ਕਵਾਇਦ ਕਰਨ ਦੀ ਲੋੜ ਨਹੀਂ ਸੀ। ਬੜੇ ਆਰਾਮ ਨਾਲ ਉਹਨਾਂ ਨੇ ਬਣਾ ਕੇ ਭੇਜ ਦੇਣਾ ਸੀ, ਉੱਤੋਂ ਫਰਮਾਨ ਜਾਰੀ ਕਰ ਦੇਣਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਜਾਣ ਕੇ ਉਹ ਲੂਪ 'ਚ ਰੱਖਣਾ ਚਾਹੁੰਦੇ ਆ ਕਿ ਕਿਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਮੈਨੂੰ ਬਾਈਪਾਸ ਕੀਤਾ। ਇਸੇ ਕਰਕੇ ਫੈਸਲਾ ਉਹਨਾਂ ਤੇ ਛੱਡਿਆ। ਉਹ ਚਾਹੁੰਦੇ ਨੇ ਨਹੀਂ ਚਾਹੁੰਦੇ ਇਹ ਵੱਖਰੀ ਗੱਲ ਆ, ਇਹਨੂੰ ਆਪਾਂ ਅਲੱਗ ਡਿਸਕਸ ਕਰ ਲਾਂਗੇ। ਨਹੀਂ ਚਾਹੁੰਦੇ ਉਹ ਆਪਾਂ ਨੂੰ ਵੀ ਪਤਾ। ਜਿੱਥੋਂ ਤੱਕ ਤੁਹਾਡਾ ਮੂਲ ਸਵਾਲ ਫੇਰ ਰਾਜੀਵ ਜੀ ਇਹ ਆ ਕਿ ਇਹਨਾਂ 'ਚ ਰੌਲਾ ਕੀ ਆ। ਰੌਲਾ ਰਾਜੀਵ ਜੀ ਇਹ ਆ, ਕੈਪਟਨ ਅਮਰਿੰਦਰ ਸਿੰਘ ਇਸ ਟਾਈਮ 79 ਵਰਿਆਂ ਦੇ ਹੋ ਗਏ ਆ ਤੇ ਅਗਲੇ ਸਾਲ ਜਦੋਂ ਚੋਣਾਂ ਹੋਣਾ ਉਹਨਾਂ ਨੇ 80 ਵਰਿਆਂ ਦਾ ਹੋ ਕੇ ਲੜਨਾ। ਪਹਿਲੀ ਗੱਲ ਤਾਂ ਤੁਸੀਂ ਯਾਦ ਕਰੋ ਜਦੋਂ ਸਨ 2017 ਦੇ ਵਿੱਚ ਇਹ ਇਲੈਕਸ਼ਨ ਲੜੇ ਸੀ ਤੇ ਉਦੋਂ ਸਾਰਿਆਂ ਨੂੰ ਇਹ ਕਿਹਾ ਸੀ ਕੈਪਟਨ ਅਮਰਿੰਦਰ ਨੇ ਕਿ ਮੇਰੀ ਲਾਸਟ ਇਲੈਕਸ਼ਨ ਆ, ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਇਹ ਨਾ ਹੋਵੇ ਕਿ ਮੈਂ ਲਾਸਟ ਇਲੈਕਸ਼ਨ ਹਾਰ ਜਾਵਾਂ। ਇਹ ਵੀ ਇੱਕ ਉਹਨਾਂ ਦੀ ਜਿੱਤ ਦੇ ਕਾਰਨ ਹੋਰ ਬਹੁਤ ਰਹੇ ਆ। ਇਹ ਵੀ ਲੋਕਾਂ ਨੂੰ ਲੱਗਾ ਕਿ ਚਲੋ ਇਹਨਾਂ ਨੂੰ ਇੱਕ ਦੁਬਾਰਾ ਚਾਂਸ ਦੇਣਾ ਚਾਹੀਦਾ। ਲੇਕਿਨ ਹੁਣ ਰੌਲਾ ਕੀ ਆ ਆਪਸ ਦੇ ਵਿੱਚ। ਸਿੱਧੂ ਕੈਪਟਨ ਸਾਹਿਬ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 80 ਸਾਲ ਦੀ ਉਮਰ ਆ, ਸਿੱਧੂ 57 ਇਅਰਸ 52 ਸਾਲਾਂ ਦੇ ਆ। 22 ਸਾਲਾਂ ਦਾ ਆਪਸ ਦੇ ਵਿੱਚ ਫਰਕ ਆ। ਇੱਕ ਜਨਰੇਸ਼ਨ ਜਿਹੜਾ ਗੈਪ ਆ ਉਹਨਾਂ ਦੇ ਵਿੱਚ ਆ। ਔਰ ਕਾਂਗਰਸ ਨੂੰ ਵੀ ਪਤਾ ਹੈ ਇੱਕ ਨਵੀਂ ਲੀਡਰਸ਼ਿਪ ਦੀ ਲੋੜ ਆ। ਕੈਪਟਨ ਅਮਰਿੰਦਰ ਸਿੰਘ ਕੱਲ ਨੂੰ ਹਾਰ ਜਾਂਦੇ ਨੇ ਜਾਂ ਆਪਣੀ ਸੱਤਾ ਨਹੀਂ ਦੁਬਾਰਾ ਬਣਾ ਪਾਉਂਦੇ ਔਰ ਉਹਦੇ ਨਾਲ ਉਹ ਸਿੱਧੂ ਨੂੰ ਵੀ ਨਾਰਾਜ਼ ਕਰ ਲੈਂਦੇ ਆ ਤੇ ਨਵੀਂ ਲੀਡਰਸ਼ਿਪ ਪੰਜਾਬ ਦੇ ਵਿੱਚ ਪੈਦਾ ਕਰਨੀ ਉਨੀ ਵੱਡੀ ਬਹੁਤ ਔਖੀ ਆ। ਅੱਜ ਵੀ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪਪੂਲੈਰਿਟੀ ਗ੍ਰਾਫ ਆ ਉਹ ਬਹੁਤ ਜ਼ਿਆਦਾ ਉੱਚਾ। ਚਾਹੇ ਲੋਕ ਕੁਝ ਵੀ ਕਹਿ ਲੈਣ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਕੀਤਾ ਕੀ ਆ। ਦੇਖੋ ਨਵਜੋਤ ਸਿੰਘ ਸਿੱਧੂ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਐਜ਼ ਲੋਕਲ ਗਵਰਨਮੈਂਟ ਮਿਨਿਸਟਰ ਤੇ ਉਦੋਂ ਹੀ ਥੋੜੇ ਦਿਨਾਂ ਬਾਅਦ ਹੀ ਔਰ ਥੋੜੇ ਮਹੀਨਿਆਂ ਬਾਅਦ ਹੀ ਉਹਨਾਂ ਦਾ ਜਿਹੜਾ ਮੰਤਰਾਲਾ ਉਹ ਚੇਂਜ ਕਰ ਦਿੱਤਾ ਗਿਆ। ਜਦੋਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ, ਕਰਤਾਰਪੁਰ ਸਾਹਿਬ ਕੋਰੀਡੋਰ ਦੀ, ਔਰ ਉਹਦੇ ਵਿੱਚ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਆ, ਇੰਟਰਨੈਸ਼ਨਲ ਲੈਵਲ ਤੇ ਰੋਲ ਆ, ਉਹ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਈਵਨ ਕਿ ਤੁਸੀਂ ਦੇਖੋ ਉਹਨਾਂ ਕੋਲੇ ਟੂਰਿਜ਼ਮ ਵਾਲਾ ਮਹਿਕਮਾ ਸੀ, ਉਹਨਾਂ ਦਾ ਉਸ ਦੇ ਵਿੱਚ ਵੀ ਜਿਹੜੀ ਕਾਰਗੁਜ਼ਾਰੀ ਆ ਉਹ ਚੰਗੀ ਰਹੀ ਆ। ਮੇਰਾ ਕਹਿਣ ਦਾ ਮਤਲਬ ਆ ਜਿੰਨੀ ਦੇਰ ਤੱਕ ਤੁਸੀਂ ਕਿਸੇ ਨੂੰ ਚਾਂਸ ਨਹੀਂ ਦਓਗੇ ਜਾਂ ਉਹਨਾਂ ਨੂੰ ਮੌਕਾ ਨਹੀਂ ਦਓਗੇ ਤੇ ਆਪਣੀ ਕਾਰਗੁਜ਼ਾਰੀ ਕਿੱਦਾਂ ਦਿਖਾਏਗਾ। ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਇਨਸਿਕਿਉਰਿਟੀ ਇਹ ਆ ਕਿ ਦ ਮੂਵਮੈਂਟ ਜੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਆਲਰੇਡੀ ਪਪੂਲੈਰਿਟੀ ਹੈ, ਉਹ ਇੰਟਰਨੈਸ਼ਨਲ ਪਹਿਲਾਂ ਤਾਂ ਕ੍ਰਿਕਟ ਸਟਾਰ ਰਹੇ ਆ, ਕਮੈਂਟੇਟਰ ਰਹੇ ਆ, ਤੁਹਾਨੂੰ ਸਾਰਿਆਂ ਨੂੰ ਪਤਾ। ਲੇਕਿਨ ਪੋਲਿਟਿਕਸ ਦੇ ਵਿੱਚ ਵੀ ਲਗਾਤਾਰ ਜਿਹੜੀ ਉਹਨਾਂ ਦੀ ਇਨਿੰਗ ਆ ਉਹ ਜਿੱਤਦੀ ਹੀ ਇਨਿੰਗ ਆ, ਕਦੇ ਹਾਰੇ ਨਹੀਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਹਾਰੇ ਆ, ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਨੂੰ ਹਰਾਇਆ ਹੈ ਜਾਂ ਪਹਿਲਾਂ ਵੀ ਹਾਰਿਆ ਤੇ ਪਾਰਟੀਆਂ ਵੀ ਉਹਨਾਂ ਨੇ ਬਹੁਤ ਸਾਰੀਆਂ ਬਦਲੀਆਂ, ਕਦੇ ਚਲੇ ਗਏ ਕਦੇ ਆ ਗਏ। ਲੇਕਿਨ ਨਵਜੋਤ ਸਿੰਘ ਸਿੱਧੂ ਦਾ ਇਹ ਚੀਜ਼ ਜਿਹੜੀ ਆ ਉਹ ਬਾਅਦ ਚ ਸ਼ੁਰੂ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਨੇ ਬਾਅਦ ਦੇ ਵਿੱਚ ਬਦਲਣੀਆਂ ਸ਼ੁਰੂ ਕੀਤੀਆਂ। ਹੁਣ ਜਦੋਂ ਉਹਨਾਂ ਨੂੰ ਲੱਗਦਾ ਕਿ ਮੇਰਾ ਜਿਹੜਾ ਇੱਕ ਆਲਟਰਨੇਟਿਵ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਨਹੀਂ ਸੀ ਮੰਨ ਕੇ ਚੱਲਦੇ ਕਿ ਉਹਨਾਂ ਦਾ ਕੋਈ ਆਲਟਰਨੇਟਿਵ ਆ। ਜਦੋਂ ਰਜਿੰਦਰ ਕੌਰ ਭੱਠਲ ਉਹਨਾਂ ਦੇ ਖਿਲਾਫ ਬੋਲਦੇ ਸੀ ਤਾਂ ਸਾਰਿਆਂ ਨੂੰ ਲੱਗਦਾ ਸੀ ਕਿ ਰਜਿੰਦਰ ਕੌਰ ਭੱਠਲ ਉਹਨਾਂ ਤੋਂ ਬਹੁਤ ਵੀਕ ਨੇ। ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਕਿ ਇੱਕ ਤਾਂ ਉਹਨਾਂ ਦੀ ਉਮਰ ਹੋ ਗਈ ਆ, ਦੂਸਰਾ ਨਵਜੋਤ ਸਿੰਘ ਸਿੱਧੂ ਯੰਗ ਆ, ਤੀਸਰਾ ਪਾਰਟੀ ਹਾਈ ਕਮਾਂਡ ਦੀ ਉਹਨਾਂ ਨੂੰ ਪੂਰੀ ਸਪੋਰਟ ਆ, ਚੌਥਾ ਇੱਕ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਉਹਨਾਂ ਦੇ ਵਿੱਚ ਹੈ, ਉਹਨਾਂ ਦੇ ਵਿੱਚ ਵੇਖੀ ਜਾ ਰਹੀ ਹੈ। ਇੱਕ ਨਵਾਂ ਜਿਸ ਤਰ੍ਹਾਂ ਹੁੰਦਾ ਫਲੈਸ਼ ਐਂਡ ਬਲੱਡ। ਮਨਪ੍ਰੀਤ ਤੁਹਾਨੂੰ ਮੈਂ ਟੋਕਾਂਗਾ, ਸਾਰੀ ਗੱਲਾਂ ਠੀਕ ਹੈਗੀ ਹੈ। ਹੁਣ ਸਿੱਧੂ ਉਹਨਾਂ ਨੇ ਮੁੱਦੇ ਚੱਕੇ ਕਿ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਔਰ ਇਹ ਜਿਹੜੀ 3 ਮੈਂਬਰੀ ਪੈਨਲ ਦੀ ਰਿਪੋਰਟ ਹੈ ਇਹਦੇ ਵਿੱਚ ਉਹਨਾਂ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਜਾਂ ਉਹ ਜਿਹੜੇ ਕੇਸ ਡਰੱਗ ਦੇ ਅਕਾਲੀਆਂ ਦੇ ਖਿਲਾਫ ਜਾ ਸਕਦੇ ਸੀਗੇ ਜਾਂ ਕਿਹਾ ਜਾਂਦਾ ਕਿ ਬੰਦ ਲਿਫਾਫੇ ਦੇ ਵਿੱਚ ਕੁਝ ਕਿਸੇ ਦੇ ਖਿਲਾਫ ਸੀਗਾ, ਉਹਨਾਂ ਦਾ ਜ਼ਿਕਰ ਬਿਲਕੁਲ ਵੀ ਨਹੀਂ ਹੈਗਾ। ਕਿ ਸਿੱਧੂ ਦੇ ਐਲੀਵੇਸ਼ਨ ਤੋਂ ਬਾਅਦ ਇਹ ਸਾਰਾ ਘਮਾਸਾਨ ਖਤਮ ਹੋ ਜਾਊਗਾ? ਉਹ ਸਾਰੇ ਮੁੱਦੇ ਜਿਹੜੇ ਸਿੱਧੂ ਟਵੀਟ ਕਰਕੇ ਚੱਕਦੇ ਸੀਗੇ ਉਹ ਕਿੱਥੇ ਗਏ? ਉਹਨਾਂ ਮੁੱਦਿਆਂ ਦਾ ਹੱਲ ਕੀ ਬਣੇਗਾ? ਔਰ ਕੋਈ ਵੀ ਸੀਐਮ ਬੰਦਾ, ਮੰਨ ਲਓ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਸਿੱਧੂ ਨੂੰ ਸੀਐਮ ਬਣਾ ਦਿੰਦੇ ਨੇ, ਕਿ ਸਿੱਧੂ ਉਹਨਾਂ ਮਸਲਿਆਂ ਦਾ ਹੱਲ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕਰ ਪਾਉਣਗੇ? ਯਾਨੀ ਸਾਰੀ ਗੱਲ ਅਪੋਰਚੁਨਿਜ਼ਮ ਦੀ ਲੱਗਦੀ ਹੈ ਔਰ ਇਹ ਐਲੀਗੇਸ਼ਨ ਸਿੱਧੂ ਵਿਰੋਧੀ ਕਈ ਵਾਰ ਲਾਉਂਦੇ ਵੀ ਰਹੇ ਨੇ। ਤੁਹਾਨੂੰ ਇਹਨਾਂ ਮੁੱਦਿਆਂ ਦੇ ਉੱਤੇ ਲੱਗਦਾ ਹੈ ਕਿ ਸਿੱਧੂ ਉਹਨਾਂ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਪੀਪੀਸੀਸੀ ਦੇ ਪ੍ਰਧਾਨ ਬਣਦੇ ਨੇ, ਚਾਹੇ ਉਹ ਸੀਐਮ ਬਣਦੇ ਨੇ ਜਾਂ ਕੋਈ ਹੋਰ ਪੋਲੀਟੀਕਲ ਪਾਰਟੀ ਜੁਆਇਨ ਕਰਦੇ ਨੇ, ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਉਹ ਪੰਜਾਬ ਦੇ ਲੋਕਾਂ ਨੂੰ ਨਿਆਂ ਦਿਲਵਾ ਸਕਦੇ ਨੇ? ਦੇਖੋ, ਨੀਅਤ ਦੀ ਗੱਲ ਆ ਤੇ ਨੀਤੀ ਦੀ ਗੱਲ ਆ, ਇਹ ਸਮਝਣਾ ਆਪਾਂ ਨੂੰ ਬਹੁਤ ਜ਼ਰੂਰੀ ਆ। ਕੋਈ ਵੀ ਮੁੱਖ ਮੰਤਰੀ ਹੁੰਦਾ ਇੱਕ ਜਾਂਚ ਪੜਤਾਲ ਕਰਵਾ ਕੇ ਉਹਦੇ ਚ ਜੋ ਵੀ ਦੋਸ਼ੀ ਪਾਇਆ ਜਾਂਦਾ, ਨਹੀਂ ਵੀ ਪਾਇਆ ਜਾਂਦਾ, ਇੱਕ ਬੜੀ ਸਾਫ਼ ਸੁਥਰੀ ਰਿਪੋਰਟ ਪੇਸ਼ ਕਰ ਸਕਦਾ ਸੀ। ਤੁਸੀਂ ਸਾਰੀ ਰਿਪੋਰਟ ਦੇਖ ਲਓ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਉਹਦੇ ਚ ਬੜੀ ਮਨਪ੍ਰੀਤ ਇਹੀ ਤੇ ਗੱਲ ਕੈਪਟਨ ਸਾਹਿਬ ਕਹਿੰਦੇ ਆ ਕਿ ਮੈਂ ਬੜੀ ਸਾਫ਼ ਸੁਥਰੀ ਰਿਪੋਰਟ ਸੀਗੀ,
ਭਾਵੇਂ ਹਾਈ ਕੋਰਟ ਨੇ ਉਹਦੇ ਉੱਤੇ ਕੁਝ ਆਬਜੈਕਸ਼ਨਸ ਲਾਏ ਨੇ, ਪਰ ਰਿਪੋਰਟ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਖਾਮੀਆਂ ਸੀਗੀ, ਇਸ ਮੁੱਦੇ ਤੇ ਉਹਨਾਂ ਨੇ ਕਦੀ ਵੀ ਨਹੀਂ ਕਿਹਾ ਕਿ ਮੈਂ ਡੈਲੀਬਰੇਟਲੀ ਤਰੀਕੇ ਨਾਲ, ਹਜੇ ਵੀ ਉਹ ਇਹੀ ਕਹਿੰਦੇ ਕਿ ਐਸਆਈਟੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਾ ਪਹਿਲੇ ਉਹਨਾਂ ਨੇ ਕਦੀ ਦਖਲ ਦਿੱਤਾ, ਨਾ ਉਹ ਹੁਣ ਦੇਣਗੇ। ਔਰ ਅਗਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਜਾਂ ਕਿਸੇ ਦੇ ਖਿਲਾਫ ਵੀ ਕੋਈ ਸਬੂਤ ਮਿਲਦੇ ਹੈ ਤੇ ਕੈਪਟਨ ਸਾਹਿਬ ਕਹਿੰਦੇ ਮੇਰੀ ਸਰਕਾਰ ਉਹਨੂੰ ਛੱਡੇਗੀ ਨਹੀਂ। ਪਰ ਦੂਜੇ ਪਾਸੇ ਭਾਵੇਂ ਸਿੱਧੂ ਹੋਣਾ ਹੋਣ ਜਾਂ ਹੋਰ ਹੋਣ, ਉਹ ਇੱਕ ਤਰੀਕੇ ਨਾਲ ਐਲੀਗੇਸ਼ਨ ਇਹ ਲਾ ਰਹੇ ਨੇ ਕਿ ਬਾਦਲਾਂ ਨਾਲ ਰਲੇ ਹੋਏ ਨੇ, ਤਾਂ ਹੀ ਇਨਵੈਸਟੀਗੇਸ਼ਨ ਵੀਕ ਰੱਖੀ ਗਈ। ਇਸ ਐਲੀਗੇਸ਼ਨ ਦੇ ਵਿੱਚ ਕਿੰਨਾ ਕੁ ਦਮ ਹੈਗਾ? ਬਿਲਕੁਲ ਦਮ ਨਹੀਂ ਹੈਗਾ। ਉਹਦਾ ਕਾਰਨ ਆ, ਕਿਉਂਕਿ ਇਹ ਜਿਹੜਾ ਤੁਹਾਡਾ ਆਰਗੂਮੈਂਟ ਆ, ਇਹ ਕਿਸੇ ਬੇਸ ਤੇ ਨਹੀਂ ਬਣ ਰਿਹਾ। ਕਾਰਨ ਇਹ ਆ ਕਿ ਜਿਹੜੇ ਵਿਅਕਤੀ ਨੇ ਤੁਹਾਡੀ ਸਾਰੀ ਇਨਵੈਸਟੀਗੇਸ਼ਨ ਬਿਲਕੁਲ ਵੌਚਅਪ ਕਰਤੀ, ਇੱਕ ਆਈਪੀਐਸ ਆਫੀਸਰ ਹੁੰਦੇ ਹੋਏ ਤੁਸੀਂ ਉਹਨੂੰ ਥਾਪੜਾ ਦੇ ਕੇ ਕਹਿੰਦੇ ਹੋ ਕਿ ਇਹਨੇ ਤਾਂ ਕੰਮ ਹੀ ਬਹੁਤ ਵਧੀਆ ਕੀਤਾ। ਜੇ ਇੰਨਾ ਵਧੀਆ ਕੰਮ ਕੀਤਾ ਹੁੰਦਾ ਤੇ ਫਿਰ ਉਹ ਜਿਹੜਾ ਹਾਈ ਕੋਰਟ ਆ ਉਹਦੀ ਰਿਪੋਰਟ ਨੂੰ ਰਿਜੈਕਟ, ਬਲਕਿ ਉਹਨਾਂ ਨੂੰ ਤਾਂ ਹੌਲ ਅਪ ਕਰਨਾ ਚਾਹੀਦਾ ਸੀ, ਉਹਨਾਂ ਨੂੰ ਅਕਾਊਂਟੇਬਲ ਠਹਿਰਾਉਣਾ ਚਾਹੀਦਾ ਸੀ ਕਿ ਤੁਹਾਨੂੰ ਇੰਨੀ ਦੇਰ ਦੀ ਇਨਵੈਸਟੀਗੇਸ਼ਨ ਦਿੱਤੀ ਹੋਈ ਆ ਔਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਸਹੀ ਜਾਂਚ ਰਿਪੋਰਟ ਕਰੋ, ਪਰ ਤੁਸੀਂ ਟੈਕਨੀਕਲੀ ਉਹਦੇ ਵਿੱਚ ਤਕਨੀਕੀ ਤੌਰ ਤੇ ਇੰਨੀਆਂ ਖਾਮੀਆਂ ਲੈ ਕੇ ਆਂਦਾ ਔਰ ਇੰਨੇ ਬਾਇਸ ਦੇ ਨਾਲ ਉਹ ਰਿਪੋਰਟ ਕੀਤੀ। ਤੁਸੀਂ ਇੱਕ ਚੀਜ਼ ਦੱਸੋ ਮੈਨੂੰ ਰਾਜੀਵ ਜੀ, ਬਹੁਤ ਆਈਪੀਐਸ ਆਫੀਸਰ ਆ, ਇਸ ਆਈਪੀਐਸ ਆਫੀਸਰ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ 22 ਸਾਲਾਂ ਦਾ ਕਰੀਅਰ ਆ। ਬਹੁਤ ਸਾਰੇ ਜਿਹੜੇ ਪੁਲਿਸ ਆਫੀਸਰਸ ਆ ਉਹ ਆਪਣੀਆਂ ਰਿਪੋਰਟਾਂ ਦਿੰਦੇ ਨੇ, ਕਈ ਵਾਰੀ ਉਹਨਾਂ ਦੀਆਂ ਰਿਪੋਰਟਸ ਐਕਸੈਪਟ ਹੁੰਦੀਆਂ, ਕਈ ਵਾਰੀ ਰਿਜੈਕਟ ਹੁੰਦੀਆਂ, ਪਰ ਤੁਸੀਂ ਇਸ ਬਾਇਸ ਨਾਲ ਜਾਣਦੇ ਹੋ ਕਿ ਮੇਰੀ ਜਿਹੜੀ ਰਿਪੋਰਟ ਆ ਬਿਲਕੁਲ ਸਿਲੈਕਟ ਹੋਵੇ ਜਾਂ ਉਹਨੂੰ ਬਿਲਕੁਲ ਤੁਸੀਂ ਡਿਸਮਿਸ ਨਾ ਕਰੋ। ਤੇ ਜੇ ਡਿਸਮਿਸ ਕਰੋਗੇ ਤੇ ਮੈਂ ਰਿਜ਼ਾਈਨ ਕਰਕੇ ਬਾਹਰ ਚਲਾ ਜਾਊਂਗਾ ਤੇ ਬਾਹਰ ਜਾ ਕੇ ਪੋਲਿਟਿਕਸ ਕਰਨ ਲੱਗ ਜਾਊਂਗਾ ਜਾਂ ਕਿਸੇ ਪਾਰਟੀ ਨੂੰ ਜੁਆਇਨ ਕਰਨ ਦਾ ਇੱਛੁਕ ਹੋਊਗਾ। ਤੇ ਤੁਸੀਂ ਆਪ ਹੀ ਦੱਸੋ ਇਹ ਚ ਬਾਇਸ ਹੈ ਜਾਂ ਨਹੀਂ ਹੈ? ਇਹ ਗੱਲ ਠੀਕ ਹੈ ਤੁਹਾਡੀ ਕਿ ਜੇ ਕੋਈ ਦੋਸ਼ੀ ਆ, ਔਰ ਜਿਸ ਤਰ੍ਹਾਂ ਬਾਦਲਾਂ ਦਾ ਉਹਨਾਂ ਦੇ ਵਿੱਚ ਲੱਗ ਰਿਹਾ, ਇਹ ਦੇਖੋ ਸਾਡੀ ਸਾਰਿਆਂ ਦੀ ਸਪੈਕੂਲੇਸ਼ਨ ਆ। ਹੁਣ ਤੁਸੀਂ ਦੇਖੋ ਉਹਦੇ ਵਿੱਚ ਮੈਂ ਇੱਕ ਨੁਕਤਾ ਦੱਸਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਉਸ ਇਨਵੈਸਟੀਗੇਸ਼ਨ ਦੇ ਵਿੱਚ, ਮੈਂ ਪਰ ਪੂਰੀ ਰਿਪੋਰਟ ਪੜ੍ਹੀ ਆ, ਉਹ ਚ ਕਹਿੰਦੇ ਆ ਕਿ ਦੇਖੋ ਜੀ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸੀ ਜਦੋਂ, ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ ਜਿਹੜੇ ਪੁਲਿਸ ਆਫੀਸਰਾਂ ਦੇ ਨਾਲ ਗੱਲਬਾਤ ਕੀਤੀ, ਫੋਨ ਤੇ ਉਹਨਾਂ ਨਾਲ ਗੱਲਬਾਤ ਕੀਤੀ। ਜੇ ਇੱਕ ਡਿਪਟੀ ਸੀਐਮ ਪੁਲਿਸ ਆਫੀਸਰਸ ਦੇ ਨਾਲ ਗੱਲ ਨਹੀਂ ਕਰੇਗਾ ਔਰ ਇਹ ਗੱਲ ਕੋਰਟ ਨੇ ਵੀ ਔਨ ਰਿਕਾਰਡ ਕੀਤੀ, ਤੇ ਫਿਰ ਕੌਣ ਕਰੇਗਾ? ਤੇ ਇੱਥੋਂ ਇਹ ਨਹੀਂ ਸਾਬਤ ਹੋ ਜਾਂਦਾ ਕਿ ਉਹਨਾਂ ਨੇ ਗੋਲੀ ਮਾਰਨ ਦੇ ਹੁਕਮ ਦਿੱਤੇ। ਹੋਰ ਬਹੁਤ ਤਰ੍ਹਾਂ ਦੇ ਐਵੀਡੈਂਸ ਹੋ ਸਕਦੇ ਸੀ ਕਿ ਕਿਹਦੀ ਪ੍ਰੋਵੋਕੇਸ਼ਨ ਸੀ, ਕਿ ਉਹਨਾਂ ਨੇ ਆਪਣੇ ਆਪ ਡਿਸੀਜਨ ਲੈ ਮਨਪ੍ਰੀਤ, ਲਿਆ। ਤੁਹਾਡੀ ਸਾਰੀ ਗੱਲਾਂ ਤੋਂ ਇਹ ਗੱਲ ਲੱਗਦਾ ਹੈ ਕਿ ਵੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਕੀਤੀ, ਪਰ ਉਸ ਤੋਂ ਬਾਵਜੂਦ ਵੀ ਸਿੱਧੂ ਉਹਨਾਂ ਦਾ ਕੈਪਟਨ ਦੇ ਅਗੇਂਸਟ ਐਲੀਗੇਸ਼ਨ ਕਿ ਇਹ ਬਾਦਲਾਂ ਨਾਲ ਰਲੇ ਹੋਏ ਨੇ, ਤਾਂ ਹੀ ਕਰਕੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਹਾਈ ਕੋਰਟ ਦੇ ਡਿਸੀਜਨ ਦੇ ਵਿੱਚ ਬਾਦਲਾਂ ਦਾ ਨਾਂ ਨਹੀਂ ਆਇਆ ਔਰ ਬਾਦਲਾਂ ਨੂੰ ਤਕਰੀਬਨ ਉਹਨਾਂ ਨੇ ਬਰੀ ਕਰਤਾ। ਇਹ ਵੀ ਤੇ ਇੱਕ ਸਪੈਕੂਲੇਸ਼ਨ ਹੈਗਾ ਕਿ ਬਾਦਲ ਉਹਦੇ ਵਾਸਤੇ ਰਿਸਪੌਂਸੀਬਲ ਹੈਗੇ ਹੈ ਜਦ ਤੱਕ ਇਨਵੈਸਟੀਗੇਸ਼ਨ ਨਹੀਂ ਕਹਿੰਦੀ। ਤੁਸੀਂ ਇਸ ਆਧਾਰ ਤੇ ਸਿੱਧੂ ਦੇ ਕੈਪਟਨ ਦੇ ਖਿਲਾਫ ਐਲੀਗੇਸ਼ਨ ਨੂੰ ਕਿੰਨਾ ਕੁ ਸਹੀ ਮੰਨਦੇ? ਨਹੀਂ, ਲੇਕਿਨ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਸਿਰੇ ਤੋਂ ਨਹੀਂ ਆਪਾਂ ਨਕਾਰ ਸਕਦੇ। ਹਾਈ ਕੋਰਟ ਨੇ ਇੱਕ ਇਸ ਤਰ੍ਹਾਂ ਦੀ ਰਿਪੋਰਟ, ਜੇ ਤੁਸੀਂ ਕਹੋ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਰਿਪੋਰਟ ਆ, ਪਹਿਲੀ ਗੱਲ ਤਾਂ ਦੇਖੋ ਇਹ ਚੀਜ਼ਾਂ ਨਾ ਉਹਨੂੰ ਅਸੀਂ ਜਨਰਲਾਈਜ਼ ਨਹੀਂ ਕਰ ਸਕਦੇ ਇੱਕੋ ਕਿ ਜਿਹੜੀ ਉਹਦੀ ਇਨਵੈਸਟੀਗੇਸ਼ਨ ਸੀ ਉਹ ਗਲਤ ਸੀ। ਬਹੁਤ ਸਾਰੀਆਂ ਚੀਜ਼ਾਂ ਉਹ ਠੀਕ ਵੀ ਸੀ, ਇਹ ਬਾਅਦ ਚ ਵੀ ਪਾਈਆਂ ਗਈਆਂ, ਲੇਕਿਨ ਹਾਈ ਕੋਰਟ ਦਾ ਵੀ ਕਿਤੇ ਨਾ ਕਿਤੇ ਇਸ ਪ੍ਰਤੀ ਜਿਹੜਾ ਇੱਕੋ ਦਮ ਉਹਨਾਂ ਦਾ ਰੁਖ ਰਿਹਾ ਉਹ ਵੀ ਕਿਤੇ ਨਾ ਕਿਤੇ ਕੁਐਸਚਨੇਬਲ ਆ। ਉਸ ਇਸੇ ਕਰਕੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਰਿਪੋਰਟ ਨੂੰ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਪਰ ਆਪਣਾ ਜਿਹੜਾ ਵਿਸ਼ਾ ਉਹ ਇਹ ਨਹੀਂ ਆ। ਜਿਸ ਤੱਕ ਬਾਦਲਾਂ ਦਾ ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਜਾਂ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਜਾਂ ਹੋਰ ਪਰਮਰਾਜ ਸਿੰਘ ਉਮਰਾ ਨੰਗਲ ਦਾ ਇਸ ਦੇ ਵਿੱਚ ਰੋਲ ਆ, ਉਹਦੀ ਡੈਫੀਨੇਟਲੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ। ਜੇ ਬਹਿਬਲ ਕਲਾਂ ਗੋਲੀकांड ਦੇ ਵਿੱਚ ਜਾਂ ਕੋਟਕਪੂਰਾ ਗੋਲੀकांड ਦੇ ਵਿੱਚ ਜਾਂ ਬੇਅਦਬੀ ਦੇ ਵਿੱਚ ਜਿੱਥੇ ਵੀ ਕੋਈ ਦੋਸ਼ੀ ਪਾਇਆ ਜਾਂਦਾ ਸੀ, ਉਹ ਕਮ ਸੇ ਕਮ ਉਹ ਰਿਪੋਰਟ ਟਾਈਮ ਸਿਰ ਆਉਂਦੀ। ਕਿਉਂਕਿ ਤੁਸੀਂ ਦੇਖੋ ਪਿਛਲੇ 5 ਸਾਲ ਤੋਂ ਅਖੀਰਲੇ ਟਾਈਮ ਤੇ ਜਦੋਂ ਸਿਰਫ 8-9 ਮਹੀਨੇ ਬਚ ਜਾਂਦੇ ਨੇ, ਉਸ ਟਾਈਮ ਰਿਪੋਰਟ ਆਉਂਦੀ ਆ, ਉਹ ਵੀ ਤੁਸੀਂ ਸਬਮਿਟ ਕਰਾਉਨੇ ਹੋ ਔਰ ਹਾਈ ਕੋਰਟ ਉਸ ਦੇ ਬਾਅਦ ਇੰਨੀ ਸਖਤ ਟਿੱਪਣੀ ਕਰਦਾ। ਔਰ ਮੈਂ ਤੁਹਾਨੂੰ ਫਿਰ ਦੁਬਾਰਾ ਰਿਪੀਟ ਕਰ ਰਿਹਾ, ਜ਼ਰੂਰੀ ਨਹੀਂ ਹੈ ਜੋ ਹਾਈ ਕੋਰਟ ਨੇ ਉਹ ਗੱਲ ਕਹੀ ਆ ਉਹ ਵਾਕਿਆ ਠੀਕ ਆ, ਕਿਉਂਕਿ ਇਨਵੈਸਟੀਗੇਸ਼ਨ ਦੀਆਂ ਕਈ ਚੀਜ਼ਾਂ ਜਾਂਚ ਰਿਪੋਰਟ ਜਿਹੜੀ ਠੀਕ ਵੀ ਆ। ਔਰ ਇੰਨੀ ਸਖਤੀ ਨਾਲ ਇਹ ਕਹਿਣਾ ਕਿ ਇਸ ਅਫਸਰ ਨੂੰ ਤੁਸੀਂ ਦੁਬਾਰਾ ਨਹੀਂ ਲਾਉਣਾ ਜਾਂ ਜਾਂਚ ਰਿਪੋਰਟ, ਆਮ ਤੌਰ ਤੇ ਹਾਈ ਕੋਰਟ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਨਹੀਂ ਆ। ਇਸੇ ਕਰਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਐਲੀਗੇਸ਼ਨ ਲੱਗ ਰਹੇ ਨੇ, ਉਹ ਜਿਹੜੀ ਮੈਂ ਤੁਹਾਡੇ ਮੂਲ ਸਵਾਲ ਤੇ ਜਿਹੜਾ ਬੇਸਿਕ ਸਵਾਲ ਤੁਹਾਡਾ ਕਿ ਕੀ ਉਹਨਾਂ ਦੀ ਇਨਵੋਲਵਮੈਂਟ ਸੀ, ਸ਼ਮੂਲੀਅਤ ਸੀ, ਹੋ ਸਕਦਾ ਹੋਈ ਹੋਵੇ। ਉਹਨਾਂ ਤੋਂ ਉਸ ਸ਼ੱਕ ਦੇ ਘੇਰੇ ਤੋਂ ਹਜੇ ਬਾਦਲ ਜਿਹੜੇ ਆ ਉਹ ਪਰੇ ਨਹੀਂ ਹੋਏ, ਦੂਰ ਨਹੀਂ ਹੋਏ, ਲੇਕਿਨ ਜਿਹੜੀ ਕਾਰਗੁਜ਼ਾਰੀ ਕਰਨੀ ਸੀ ਬੀਇੰਗ ਐਗਜ਼ੈਕਟਿਵ ਔਰ ਪਾਵਰ ਦੇ ਹੋਣ ਦੇ ਵਿੱਚ, ਜਿਹੜੇ ਸਾਰੇ ਰਿਸੋਰਸਿਸ ਸੀ, ਜੋ ਪਾਵਰ ਸੀ, ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਵੇਸਟ ਕਰਤੇ। ਇਹ ਗੱਲ ਉਹ ਕਹੀ ਜਾ ਰਹੀ ਹੈ ਕਿ ਕਮ ਸੇ ਕਮ ਤੁਸੀਂ ਕੋਈ ਸੱਚ ਤਾਂ ਅੱਗੇ ਲੈ ਕੇ ਆਉਂਦੇ ਨਾ, ਚਲੋ ਸਿਰਫ ਅਸੀਂ ਤੁਸੀਂ ਤੇ ਮੁੱਦੇ ਦੀ ਤਾਲਮੇਲ
ਮਨਪ੍ਰੀਤ, ਅਸੀਂ ਤੇ ਮੁੱਦੇ ਦੀ ਜੜ 'ਚ ਜਾਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਫਿਰ ਦੁਬਾਰਾ ਜੀ ਆਪਾਂ ਮੇਨ ਟੌਪਿਕ ਤੇ ਵਾਪਿਸ ਆਈਏ। ਹੁਣ ਜੀ ਸਿੱਧੂ ਉਹਨਾਂ ਦੇ ਐਲੀਵੇਸ਼ਨ ਵਾਸਤੇ, ਸੁਟੇਬਲ ਅਕੋਮੋਡੇਸ਼ਨ ਵਾਸਤੇ 3 ਮੈਂਬਰੀ ਕਮੇਟੀ ਨੇ ਹਾਈ ਕਮਾਨ ਨੂੰ ਲਿਖਤਾ। ਹੁਣ ਹਾਈ ਕਮਾਨ ਉਹਨਾਂ ਨੂੰ ਪੀਪੀਸੀਸੀ ਪ੍ਰਧਾਨ ਬਣਾਉਂਦਾ ਹੈ, ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਂਦਾ ਹੈ, ਜਾਂ ਕੋਈ ਸੈਂਟਰ ਦੇ ਵਿੱਚ ਲਿਜਾਣ ਦੀ ਗੱਲ ਕਰਦਾ ਹੈ। ਤੁਹਾਨੂੰ ਇਸ ਝਗੜੇ ਦਾ ਹੱਲ ਕਿਸੇ ਜਗ੍ਹਾ ਨਜ਼ਰ ਆਉਂਦਾ ਹੈ? ਬਿਲਕੁਲ ਨਹੀਂ ਆ ਰਿਹਾ। ਉਹਦਾ ਸਵਾਲ ਉੱਥੇ ਕਾਰਨ ਇਹ ਖੜਾ। ਹੈ, ਹਾਂ, ਕਿਉਂਕਿ ਉੱਥੇ ਖੜਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਵਧੇਗਾ। ਤੁਸੀਂ ਉਹਦਾ ਕਾਰਨ ਦੇਖੋ। ਦੇਖੋ, ਤਿੰਨ ਗੱਲਾਂ ਤਾਂ ਪਹਿਲਾਂ ਆਪਾਂ ਸੋਚ ਲਈਏ। ਇੱਕ ਤਾਂ ਕਹਿੰਦੇ ਹੋ ਕਿ ਸਿੱਧੂ ਨੂੰ ਤੁਸੀਂ ਐਡਜਸਟ ਕਰੋ। ਦੂਸਰਾ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਚੈਲੰਜ ਨਹੀਂ ਕੀਤਾ। ਉਹਨਾਂ ਨੂੰ ਕਿਹਾ ਕਿ ਤੁਸੀਂ ਉਸੇ ਲੀਡਰਸ਼ਿਪ ਨਾਲ ਕੰਟੀਨਿਊ ਰੱਖੋ। ਹਾਲਾਂਕਿ ਲਗਭਗ 80 ਦੇ ਕਰੀਬ ਇਸ ਤਰ੍ਹਾਂ ਦੇ ਸਾਬਕਾ ਵਿਧਾਇਕ ਜਾਂ ਮੌਜੂਦਾ ਵਿਧਾਇਕ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਤੇ ਉਹਨਾਂ ਦੀ ਸ਼ੈਲੀ, ਕੰਮ ਕਰਨ ਦੇ ਸਟਾਈਲ ਦੇ ਖਿਲਾਫ ਭੁਗਤੇ ਨੇ। ਉਸ ਦੇ ਬਾਵਜੂਦ ਵੀ ਉਹ ਕਹਿੰਦੇ ਨੇ ਕਿ ਇਹਨਾਂ ਦੀ ਅਸੀਂ ਰਹਿਨੁਮਾਈ ਦੇ ਵਿੱਚ ਸਾਰੇ ਕਾਂਗਰਸ ਨੂੰ, ਪਾਰਟੀ ਨੂੰ ਕੰਮ ਕਰਨਾ ਚਾਹੀਦਾ। ਹੁਣ ਜਿਹੜੀ ਤੀਸਰੀ ਗੱਲ ਮੈਂ ਕਰਨ ਜਾ ਰਿਹਾ, ਜਿਸ ਤਰ੍ਹਾਂ ਤੁਸੀਂ ਝਗੜਾ ਖਤਮ ਹੋਊਗਾ, ਉਹ ਇਸ ਕਰਕੇ ਨਹੀਂ ਨਜ਼ਰ ਆ ਗਿਆ। ਜਿਹੜੇ ਪ੍ਰਗਟ ਸਿੰਘ ਆ, ਉਹਨਾਂ ਨੇ ਆਉਂਦੇ ਹੀ ਬਿਆਨ ਫੇਰ ਦਾਗ ਦਿੱਤਾ। ਉਹਨਾਂ ਨੇ ਬਿਆਨ ਇਹ ਦਾਗ ਦਿੱਤਾ ਕਿ ਜਿਹੜੇ ਬੇਅਦਬੀ ਦੇ ਮਾਮਲੇ ਉਸੇ ਤਰ੍ਹਾਂ ਹੀ ਪਏ ਆ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇਹਨੂੰ ਸਹੀ ਢੰਗ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਨਹੀਂ ਕਰਵਾਈ, ਔਰ ਦੋਸ਼ੀਆਂ ਨੂੰ ਜਿਹੜਾ ਬੰਦਾ ਜਿਹੜਾ ਹੈ ਉਹ ਸਜ਼ਾ ਨਹੀਂ ਮਿਲੀ ਤੇ ਇਨਸਾਫ ਨਹੀਂ ਲੋਕਾਂ ਨੂੰ ਮਿਲਿਆ। ਹੁਣ ਦੇਖੋ, ਹਰੀਸ਼ ਰਾਵਤ ਆ ਜਿਹੜੇ ਇੰਚਾਰਜ ਆ, ਉਹ ਕਹਿ ਰਹੇ ਆ ਕਿ ਮੈਂ ਡਿਸਪਲਿਨਰੀ ਐਕਸ਼ਨ ਲਊਂਗਾ, ਪਰ ਕੀ ਡਿਸਪਲਿਨਰੀ ਐਕਸ਼ਨ ਲੈਣਗੇ? ਕੀ ਉਹ ਪ੍ਰਗਟ ਸਿੰਘ ਦੇ ਖਿਲਾਫ ਸਿਰਫ ਇੰਨਾ ਕਹਿਣ ਤੇ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਐਂਟੀ ਪਾਰਟੀ ਐਕਟੀਵਿਟੀ ਬਿਲਕੁਲ ਉਹਨਾਂ ਨੇ ਜਾਇਜ਼ ਕਹੀ, ਔਰ ਸਾਰੇ ਲੋਕ ਚਾਹੁੰਦੇ ਆ ਨਹੀਂ ਕਿ ਨਹੀਂ ਜਿਹੜੇ ਨਹੀਂ, ਦੋਸ਼ੀ ਆ। ਉਹਨਾਂ ਨੂੰ ਜੀ ਜਿਹੜੇ ਪ੍ਰਗਟ ਸਿੰਘ, ਉਹਨਾਂ ਨੇ ਡੋਜ਼ੀਅਰ ਦੀ ਗੱਲ ਕਹੀ ਹੈ ਕਿ 40 ਐਮਐਲਏਆਂ ਦੇ ਖਿਲਾਫ ਕੈਪਟਨ ਸਾਹਿਬ 3 ਮੈਂਬਰੀਆਂ ਕਮੇਟੀਆਂ ਨੂੰ ਇੱਕ ਡੋਜ਼ੀਅਰ ਦੇ ਕੇ ਆਏ ਨੇ ਵੀ ਕਿਹੜੇ ਕਿਹੜੇ ਐਮਐਲਏ ਦੀ ਕਿੱਥੇ ਕਿੱਥੇ ਕਰਪਸ਼ਨ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ। ਹਾਲਾਂਕਿ ਕੈਪਟਨ ਸਾਹਿਬ ਦਾ ਵੀ ਕੱਲ ਇੱਕ ਬਿਆਨ ਆ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਏਦਾਂ ਦਾ ਕੋਈ ਡੋਜ਼ੀਅਰ ਨਹੀਂ ਦਿੱਤਾ, ਔਰ ਮੈਂ ਇੱਕ ਕੌਨਫੀਡੈਂਸ ਸਥਾਪਿਤ ਕਰਨਾ ਚਾਹੁੰਦਾ ਆਪਣੇ ਸਾਰੇ ਐਮਐਲਏ, ਸਾਰੇ ਪਾਰਟੀ ਵਰਕਰਸ ਦੇ ਵਿੱਚ, ਔਰ ਨਾ ਮੈਂ ਕਦੀ ਏਦਾਂ ਦੀ ਹਰਕਤ ਕੀਤੀ ਹੈ, ਨਾ ਮੈਂ ਜ਼ਿੰਦਗੀ 'ਚ ਕਦੀ ਕਰੂੰਗਾ। ਪਰ ਪ੍ਰਗਟ ਉਹਨਾਂ ਦਾ ਐਲੀਗੇਸ਼ਨ ਕਿ ਡੋਜ਼ੀਅਰ ਦੇ ਕੇ ਆਏ ਨੇ, ਇਹ ਡੋਜ਼ੀਅਰ ਦੇਣ ਤੋਂ ਬਾਅਦ ਜੇ ਮੇਰੇ ਖਿਲਾਫ, ਯਾਨੀ ਪ੍ਰਗਟ ਉਹਨਾਂ ਕਹਿੰਦੇ ਨੇ ਜੇ ਉਹਨਾਂ ਦੇ ਖਿਲਾਫ ਵੀ ਕੋਈ ਸਬੂਤ ਉਹਨਾਂ ਦੇ ਖਿਲਾਫ ਹੈਗੇ ਨੇ ਤੇ ਉਹ ਡੋਜ਼ੀਅਰ ਦੇ ਵਿੱਚ ਨਾਂ ਵੀ ਪਾ ਸਕਦੇ ਸੀਗੇ ਔਰ ਐਕਸ਼ਨ ਵੀ ਲੈ ਸਕਦੇ ਸੀਗੇ। ਔਰ ਰਾਣਾ ਗੁਰਮੀਤ ਸੋਢੀ, ਜੋ ਕਿ ਇੱਕ ਕੇਸ ਦੇ ਵਿੱਚ ਸਾਫ਼ ਤੌਰ ਤੇ ਦੋਸ਼ੀ ਪਾਏ ਗਏ ਨੇ, ਉਹਨਾਂ ਦੇ ਖਿਲਾਫ ਜਾਂ ਉਹਨਾਂ ਦਾ ਨਾਂ ਉਸ ਡੋਜ਼ੀਅਰ ਦੇ ਵਿੱਚ ਨਹੀਂ ਹੈ। ਭਾਵੇਂ 3 ਮੈਂਬਰੀ ਕਮੇਟੀ ਨੇ ਇਹ ਗੱਲ ਸਿਰੇ ਤੋਂ ਰੂਲ ਆਊਟ ਕਰਤੀ ਕਿ ਏਦਾਂ ਦਾ ਕੋਈ ਡੋਜ਼ੀਅਰ ਕੈਪਟਨ ਸਾਹਿਬ ਨੇ ਉਹਨਾਂ ਨੂੰ ਨਹੀਂ ਦਿੱਤਾ। ਗੱਲ ਤੇ ਇੱਥੇ ਖੜੀ ਹੈ ਕਿ ਇਹ ਜਿਹੜੀ ਗਲਤ ਇਨਫੋਰਮੇਸ਼ਨ ਪ੍ਰਗਟ ਸਿੰਘ ਨੂੰ ਮਿਲੀ ਔਰ ਉਹਨਾਂ ਨੇ ਅੱਗੇ ਫੈਲਾਈ, ਇਹਦੇ ਵਾਸਤੇ ਉਹਨਾਂ ਨੂੰ ਰਿਸਪੌਂਸਿਬਲ ਠਹਿਰਾਉਣ ਦੀ ਗੱਲ ਹਰੀਸ਼ ਰਾਵਤ ਉਹਨਾਂ ਨੇ ਕੀਤੀ ਹੈ ਕਿ ਏਦਾਂ ਦੀ ਗਲਤਫਹਿਮੀਆਂ ਜਾਂ ਏਦਾਂ ਦੇ ਐਲੀਗੇਸ਼ਨ ਨਹੀਂ ਲਾਣੇ ਚਾਹੀਦੇ, ਜੋ ਕਿ ਐਕਚੁਅਲ ਦੇ ਵਿੱਚ ਹੈ ਹੀ ਨਹੀਂ। ਰਾਜੀਵ ਜੀ, ਯਾਦ ਕਰੋ, ਤੁਸੀਂ ਕੋਈ ਉਹ ਗਲਤ ਐਲੀਗੇਸ਼ਨ ਨਹੀਂ ਲਾ ਰਹੇ। ਇਹੀ ਪ੍ਰਗਟ ਸਿੰਘ ਆ ਜਿਨ੍ਹਾਂ ਨੂੰ ਪੋਲੀਟੀਕਲ ਸੈਕਟਰੀ ਜਿਹੜੇ ਆ ਕੈਪਟਨ ਸੰਦੀਪ ਸੰਧੂ ਫੋਨ ਕਰਕੇ ਕਹਿੰਦੇ ਨੇ ਕਿ ਸਾਡੇ ਕੋਲ ਤੁਹਾਡੇ ਕਾਗਜ਼ ਨੇ, ਤੁਸੀਂ ਕੈਪਟਨ ਸਾਹਿਬ ਦੇ ਖਿਲਾਫ ਬੋਲਣਾ ਬੰਦ ਕਰੋ ਤੇ ਨਹੀਂ ਤਾਂ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ। ਤੁਸੀਂ ਯਾਦ ਕਰੋ ਜਦੋਂ ਵਿਜੀਲੈਂਸ ਦੇ ਜਿਹੜੇ ਕੇਸ ਸ਼ੁਰੂ ਹੋ ਜਾਂਦੇ ਆ ਨਵਜੋਤ ਸਿੰਘ ਸਿੱਧੂ ਦੇ, ਤੁਸੀਂ ਯਾਦ ਕਰੋ ਜਦੋਂ ਚਰਨਜੀਤ ਸਿੰਘ ਚੰਨੀ ਕੈਬਨਿਟ ਮਿਨਿਸਟਰ ਆ, ਉਹਨਾਂ ਨੂੰ ਜਿਹੜੇ ਪੰਜਾਬ ਵਿਮਨ ਕਮਿਸ਼ਨ ਦਾ ਨੋਟਿਸ ਚਲਾ ਜਾਂਦਾ ਜਿਹੜਾ 2.5 ਸਾਲ ਪੁਰਾਣਾ। ਸੋ ਇਹ ਸਾਰੇ ਮਸਲਿਆਂ ਨੂੰ ਲੈ ਕੇ ਔਰ ਹੋਰ ਵੀ ਜਿਹੜੇ ਬਹੁਤ ਸਾਰੇ ਐਮਐਲਏ ਆ, ਉਹਨਾਂ ਨੂੰ ਟੈਲੀਫੋਨ ਜਾਂਦੇ ਨੇ, ਉਹ ਡੋਜ਼ੀਅਰ ਲਿਖਤੀ ਰੂਪ ਚ ਦਿੱਤੇ ਆ ਜਾਂ ਕਿਉਂਕਿ ਆਮ ਤੌਰ ਤੇ ਇੰਟੈਲੀਜੈਂਸ ਡਿਪਾਰਟਮੈਂਟ ਆ ਉਹ ਪ੍ਰਪੇਅਰ ਕਰਦਾ। ਜੇ ਇੰਨੀਆਂ ਗੱਲਾਂ ਉਹ ਜ਼ੁਬਾਨੀ ਕਲਾਮੀ ਵੀ ਕਰ ਦਿੰਦੇ ਨੇ ਜਾਂ ਉੱਥੇ ਜਾ ਕੇ ਦੱਸਦੇ ਨੇ ਕਿ ਮੈਂ ਇਹਨਾਂ ਦੇ ਖਿਲਾਫ, ਕੀ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸਾਫ਼ ਕੀਤੀ ਆ ਕਿ ਉਹਨਾਂ ਨੇ ਜਿਹੜੇ ਇਹਨਾਂ ਦੇ ਵਿਜੀਲੈਂਸ ਇਨਕੁਆਇਰੀਆਂ ਸ਼ੁਰੂ ਕੀਤੀਆਂ ਸੀ ਜਾਂ ਕੈਪਟਨ ਸੰਦੀਪ ਸੰਧੂ ਤੋਂ ਫੋਨ ਕਰਵਾਇਆ ਸੀ ਜਾਂ ਵਿਮਨ ਕਮਿਸ਼ਨ ਤੋਂ ਨੋਟਿਸ ਗਿਆ ਸੀ, ਉਹਦੇ ਵਿੱਚ ਉਹਨਾਂ ਦਾ ਕੀ ਰੋਲ ਆ? ਕੋਈ ਸਫਾਈ ਦਿੱਤੀ ਹੈ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਝੂਠ ਬੋਲ ਸਕਦੇ ਔਰ ਗੱਲ ਤੇ ਉਹ ਆਪਣੀ ਗੱਲ ਤੋਂ ਪਲਟਦੇ ਆ? ਤੇ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਆਪਣੇ ਆਪ ਨੂੰ ਬਚਾਉਣ ਲਈ ਉਹ ਕੁਝ ਵੀ ਕਰ ਸਕਦੇ ਆ। ਜਦੋਂ ਪ੍ਰੈਸ ਕਾਨਫਰੰਸ ਕਰਕੇ ਗਿਆ, ਅੱਜ ਤੱਕ ਸਰਕਾਰ ਨੇ ਜਾਂ ਕਾਂਗਰਸ ਨੇ ਕਿਸੇ ਨੇ ਵੀ ਇਸ ਦੀ ਸਫਾਈ ਨਹੀਂ ਦਿੱਤੀ। ਖੁਦ ਪ੍ਰਗਟ ਸਿੰਘ ਨੇ ਇਹ ਗੱਲ ਕਹੀ ਆ ਔਰ ਦੱਸੀ ਆ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੈਨੂੰ ਇਸ ਤਰ੍ਹਾਂ ਦਾ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਜੋ ਪੋਲੀਟੀਕਲ ਸੈਕਟਰੀ ਆ। ਸੋ ਇਹ ਡੋਜ਼ੀਅਰ ਚਾਹੇ ਲਿਖਤ ਫਾਰਮ ਦੇ ਵਿੱਚ ਚਾਹੇ ਜ਼ੁਬਾਨੀ ਉਹਨਾਂ ਨੇ ਉੱਥੇ ਗੱਲ ਦੱਸੀ ਹੋਈ, ਇਹ ਗੱਲਾਂ ਤਾਂ ਉੱਥੇ ਹੋਈਆਂ ਹੀ ਆ, ਤਾਂ ਹੀ ਉਹ ਆਪਣੇ ਆਪ ਨੂੰ ਉਹਨਾਂ ਨੇ ਜਸਟੀਫਾਈ ਕੀਤਾ। ਮਨਪ੍ਰੀਤ, ਇਹ ਸਾਰੀ ਗੱਲਾਂ ਦੇ ਵਿੱਚ ਇਹ ਤੇ ਲੱਗਦਾ ਹੈ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਪੋਲੀਟੀਕਲ ਘਮਾਸਾਨ ਚੱਲ ਰਿਹਾ ਹੈ, ਇਹ ਆਉਣ ਵਾਲੇ ਹੋਰ 2-4 ਮਹੀਨੇ ਤੱਕ ਸ਼ਾਇਦ ਚੱਲੇਗਾ, ਕਿਉਂਕਿ ਜਿਹੜੀ ਗੱਲਾਂ ਇਹਦੇ ਸੋਲੂਸ਼ਨ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀਆਂ, ਉਹ ਕੋਈ ਸੋਲੂਸ਼ਨ ਨਜ਼ਰ ਨਹੀਂ ਆਉਂਦਾ। ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕੁਝ ਲੋਕ ਏਦਾਂ ਦੇ ਵੀ ਹੈਗੇ ਨੇ, ਖਾਸ ਕਰਕੇ ਵੱਡੇ ਮੰਤਰੀ, ਜਿਹੜੇ ਨਾ ਇੱਧਰ ਨਾ ਉੱਧਰ, ਮਤਲਬ ਕਿਸੇ ਵੀ ਖੇਮੇ ਦੇ ਵਿੱਚ ਨਜ਼ਰ ਨਹੀਂ ਆਉਂਦੇ। ਉਹਦੇ ਵਿੱਚੋਂ ਇੱਕ ਤੇ ਹੈਗੇ ਮਨਪ੍ਰੀਤ ਬਾਦਲ।
ਮਨਪ੍ਰੀਤ ਬਾਦਲ ਉਹਨਾਂ ਦਾ ਇਸ ਪੂਰੇ ਘਮਾਸਾਨ ਦੇ ਵਿੱਚ ਨਾ ਕੋਈ ਵਿਊ ਆਏ, ਨਾ ਕੋਈ ਉਹਨਾਂ ਨੇ ਆਪਣਾ, ਜਾਂ ਕੋਈ ਇੱਕ ਕੈਪਟਨ ਸਾਹਿਬ ਦੇ ਨਾਲ ਨੇ ਜਾਂ ਸਿੱਧੂ ਉਹਨਾਂ ਦੇ ਨਾਲ ਨੇ, ਕਦੀ ਵੀ ਨਹੀਂ ਦਿੱਤੇ। ਔਰ ਇੱਥੇ ਤੱਕ ਕਿ ਜਦ 3 ਮੈਂਬਰੀਆਂ ਕਮੇਟੀਆਂ ਦੇ ਸਾਹਮਣੇ ਜਦ ਮੰਤਰੀ ਵੱਡੇ ਵੱਡੇ MP MLA ਜਾ ਰਹੇ ਸੀਗੇ, ਉਹਦੇ ਵਿੱਚ ਵੀ ਮਨਪ੍ਰੀਤ ਬਾਦਲ ਨਜ਼ਰ ਨਹੀਂ ਆਏ। ਆਹ ਕੀ ਚੱਕਰ ਹੈਗਾ? ਦੇਖੋ, ਮਨਪ੍ਰੀਤ ਬਾਦਲ ਦੀ ਤੁਸੀਂ ਪੋਲਿਟਿਕਸ ਸਮਝੋ, ਉਹ ਕਦੇ ਵੀ ਅੱਗੇ ਆ ਕੇ ਲੀਡ ਨਹੀਂ ਕਰਦੇ। ਹਮੇਸ਼ਾ ਉਹ ਸਾਰਾ ਤਮਾਸ਼ਾ ਦੇਖਦੇ ਨੇ, ਦੂਰ ਖੜੇ ਹੋ ਕੇ ਵਾਚ ਕਰਦੇ ਨੇ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਬੜੇ ਤਮਾਸ਼ਾ ਦੇਖਦੇ ਨੇ, ਤਮਾਸ਼ਾ ਦੇਖਦੇ ਨੇ, ਇਹ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ, ਜੀ, ਬਾਕੀ ਉਹ ਤਮਾਸ਼ਾ ਦੇਖ ਰਹੇ ਨੇ। ਐਬਸੋਲੂਟਲੀ। ਕਿਉਂਕਿ ਉਹ ਸੋਚਦੇ ਕਿ ਇਸ ਦੇ ਵਿੱਚੋਂ ਮੈਨੂੰ ਮੇਰਾ ਜਿਹੜੀ ਓਪਰਚੁਨਿਜ਼ਮ ਆ, ਜਾਂ ਮੈਨੂੰ ਮੌਕਾ ਲੱਗੇਗਾ ਕਿ ਇਹ ਆਪਸ ਦੇ ਵਿੱਚ, ਤੁਸੀਂ ਕੱਲ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਦੋ ਬਿੱਲੀਆਂ ਜਾਂ ਲੜਦੀਆਂ ਨੇ ਤੇ ਫਿਰ ਬਾਂਦਰ ਉਹਦੇ ਵਿੱਚੋਂ ਇੱਕ ਓਪਰਚੁਨਿਟੀ ਲੱਭਦਾ। ਬਹੁਤ ਸਾਰੇ ਕੱਲੇ ਮਨਪ੍ਰੀਤ ਸਿੰਘ ਬਾਦਲ ਨਹੀਂ ਹੈਗੇ, ਹੋਰ ਵੀ ਜਿਹੜੇ ਲੀਡਰ ਆ ਉਹ ਸਾਈਡ ਲਾਈਨ ਤੇ ਖੜੇ ਹੋ ਕੇ ਇਹ ਦੇਖ ਰਹੇ ਆ, ਇਨਵੋਲਵ ਨਹੀਂ ਹੋਣਾ ਚਾਹੁੰਦੇ, ਕਿਸੇ ਤਰ੍ਹਾਂ ਦਾ ਕੋਈ ਸਾਈਡ ਨਹੀਂ ਲੈਣਾ ਚਾਹੁੰਦੇ। ਉਹ ਦੇਖ ਰਹੇ ਨੇ ਕਿ ਜੇ ਇਹ ਆਪਸ ਦੇ ਵਿੱਚ ਇਹਨਾਂ ਦਾ ਟਕਰਾਅ ਜਾਰੀ ਰਹਿੰਦਾ ਤੇ ਕਿਤੇ ਨਾ ਕਿਤੇ ਸਾਡਾ ਵੀ ਮੌਕਾ ਲੱਗ ਸਕਦਾ। ਇਹ ਜਿਹੜਾ ਹੁੰਦਾ, ਇਹ ਦੇਖਣਾ ਹੁੰਦਾ। ਇਸੇ ਕਰਕੇ ਰਾਜੀਵ ਜੀ, ਮੈਂ ਗੱਲ ਕੰਪਲੀਟ ਕਰ ਲਾਂ, ਇਸੇ ਕਰਕੇ ਮਨਪ੍ਰੀਤ ਬਾਦਲ ਹੋਣ ਜਾਂ ਹੋਰ ਕਈ ਤਰ੍ਹਾਂ ਇਸ ਤਰ੍ਹਾਂ ਦੇ ਲੀਡਰ ਆ, ਉਹ ਪਾਸੇ ਖੜ ਕੇ ਐਜ਼ ਸਾਈਡ ਸਪੈਕਟੇਟਰਸ ਦੇ ਆਰ ਜਸਟ ਵਾਚਿੰਗ ਵਾਟ ਇਜ਼ ਹੈਪਨਿੰਗ। ਇਸੇ ਕਰਕੇ ਉਹ ਭਾਗ ਨਹੀਂ ਲੈਂਦੇ, ਨਾ ਇੱਧਰ ਦੀ ਗੱਲ ਕਰਦੇ ਨਾ ਉੱਧਰ ਦੀ ਗੱਲ ਕਰਦੇ। ਇਹ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਤਮਾਸ਼ਾ ਦੇਖਣਾ ਹੀ ਕਹਿਣਾ ਹੁੰਦਾ। ਬਿਲਕੁਲ ਠੀਕ ਸ਼ਬਦ ਦਾ ਯੂਜ਼ ਕੀਤਾ। ਆਹ ਜਿਹੜਾ ਘਮਾਸਾਨ ਪੰਜਾਬ ਦੇ ਵਿੱਚ ਚੱਲ ਰਿਹਾ, ਇਹ ਕਿਸੇ ਤਮਾਸ਼ੇ ਤੋਂ ਘੱਟ ਨਹੀਂ, ਕਿਉਂਕਿ ਜਿਹੜੀ ਸੋਲੂਸ਼ਨ ਦੇ ਰਿਕਮੈਂਡੇਸ਼ਨ ਹਾਈ ਕਮਾਂਡ ਨੂੰ 3 ਮੈਂਬਰੀ ਪੈਨਲ ਨੇ ਦਿੱਤੇ ਨੇ, ਉਹਦੇ ਵਿੱਚ ਕੋਈ ਸੋਲੂਸ਼ਨ ਨਜ਼ਰ ਨਹੀਂ ਆਉਂਦਾ ਹੈ। ਤੁਸੀਂ ਵੀ ਹੁਣੇ ਕਹਿ ਚੁੱਕੇ ਹੋ, ਔਰ ਸਾਨੂੰ ਵੀ ਇਹਦੇ ਵਿੱਚ ਕੋਈ ਸੋਲੂਸ਼ਨ ਨਹੀਂ ਨਜ਼ਰ ਆਉਂਦਾ, ਕਿਉਂਕਿ ਬਹੁਤ ਸਾਰੇ ਲੀਡਰ ਹੈਗੇ ਨੇ ਜਿਨ੍ਹਾਂ ਦੇ ਆਪਣੇ ਆਪਣੇ ਮਸਲੇ ਹੈਗੇ ਹੈ। ਬਾਜਵਾ ਸਾਹਿਬ ਦਾ 45 ਦਿਨ ਦਾ ਅਲਟੀਮੇਟਮ, ਰਵਨੀਤ ਬਿੱਟੂ ਉਹਨਾਂ ਦਾ ਪਹਿਲੇ ਕ੍ਰਿਟੀਸਾਈਜ਼ ਕਰਨਾ ਕੈਪਟਨ ਸਾਹਿਬ ਨੂੰ, ਫਿਰ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਨਜ਼ਰ ਆਣਾ, ਡਿੰਪੇ ਉਹਨਾਂ ਦਾ ਤੇ ਔਜਲੇ ਉਹਨਾਂ ਦਾ, ਉਹਨਾਂ ਦੇ ਨਾਲ ਮੀਟਿੰਗ ਕਰਕੇ ਅਚਾਨਕ ਹੀ ਲਾਲੀ ਮਜੀਠੀਆ ਦਾ ਐਲੀਵੇਸ਼ਨ ਕਰਾ ਦੇਣਾ। ਇਹ ਸਾਰੀ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੇ ਆ ਵੀ ਹਰ ਬੰਦਾ ਸਿਚੁਏਸ਼ਨ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ 2 ਬਿੱਲੀਆਂ ਦੀ ਲੜਾਈ ਦੇ ਵਿੱਚ ਜਿੱਦਾਂ ਬੰਦਰ ਰੋਟੀ ਲੈ ਜਾਏਗਾ, ਇਹ ਵੀ ਉਮੀਦ ਕੀਤੀ ਜਾਂਦੀ। ਉਹ ਬੰਦਰ ਕਿਹੜਾ ਹੋਏਗਾ ਇਹਦਾ ਤੇ ਹਜੇ ਤੱਕ ਸਾਫ਼ ਨਹੀਂ ਹੋਇਆ, ਪਰ ਰੋਟੀ ਕੋਈ ਹੋਰ ਲੈ ਜਾਏਗਾ, ਇਸ ਗੱਲ ਦੀ ਐਕਸਪੈਕਟੇਸ਼ਨ ਸਾਨੂੰ ਜ਼ਰੂਰ ਲੱਗਦੀ ਹੈ। ਮਨਪ੍ਰੀਤ ਜੀ, ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਇਹਨਾਂ ਗੰਭੀਰ ਮੁੱਦਿਆਂ ਦੇ ਉੱਤੇ ਵਿਭਾਗ ਤਰੀਕੇ ਨਾਲ ਗੱਲ ਕੀਤੀ, ਔਰ ਉਮੀਦ ਹੈ ਅਸੀਂ ਅੱਗੇ ਵੀ ਏਦਾਂ ਹੀ ਵਿਭਾਗ ਤਰੀਕੇ ਨਾਲ ਗੱਲ ਕਰਦੇ ਰਹਾਂਗੇ। ਇਸ਼ੂ ਬਹੁਤ ਨੇ ਹਜੇ, COVID-19 ਦੇ ਉੱਤੇ ਬਹੁਤ ਸਾਰੇ ਏਦਾਂ ਦੇ ਇਸ਼ੂ ਹੈ ਜਿਹਦੇ ਉੱਤੇ ਡਿਸਕਸ਼ਨ ਕਰ ਰਹੀ ਹੈ, ਔਰ ਇੱਥੇ ਬਲਕਿ ਪੂਰੇ ਦੇਸ਼ ਦੇ ਮਸਲੇ ਕਈ ਏਦਾਂ ਦੇ ਹੈਗੇ ਨੇ ਜਿਹਦੇ ਵਿੱਚ ਇੱਕ ਹੌਟ ਡਿਸਕਸ਼ਨ ਦੀ ਲੋੜ ਹੈਗੀ ਹੈ। ਅੱਗੇ ਵੀ ਇਸ ਤਰ੍ਹਾਂ ਹੀ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਜਾਂ ਹੋਰ ਮੁੱਦਿਆਂ ਦੇ ਉੱਤੇ ਡਿਸਕਸ਼ਨ ਕਰਦੇ ਰਹਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।